ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਫ੍ਰਿਕਸ਼ਨ ਟੌਪਿਕ ਸ਼ੁਰੂ ਕੀਤਾ ਹੋਇਆ ਹੈ। ਉਹਦੇ ਉੱਪਰ ਬੇਸਡ ਆਪਾਂ ਨਵੀਂ ਐਕਸਰਸਾਈਜ਼ ਸ਼ੁਰੂ ਕਰਨੀ ਹੈ। ਇਹ ਨਵੇਂ ਐਕਸਰਸਾਈਜ਼ 'ਚ ਕੁਐਸਚਨ ਕਿਸ ਤਰ੍ਹਾਂ ਦੇ ਆਉਣਗੇ, ਮੈਂ ਸਟੇਟਮੈਂਟ ਇੱਕ ਪੜ੍ਹ ਰਿਹਾ ਹੈਗਾ, ਤੁਸੀਂ ਸਟੇਟਮੈਂਟ ਦੇਖ ਲਓ। ਇਹਦੇ ਨਾਲ ਦੇ ਕੁਐਸਚਨ ਆਪਾਂ ਨੇ ਪਿਛਲੇ ਚੈਪਟਰ ਵਿੱਚ ਵੀ ਕੀਤੇ ਸੀਗੇ ਜੀ, ਉਹ ਦੇਖੋ। A uniform ladder rests with one end against the smooth vertical wall and the other on the rough ground. The coefficient of friction being 3/4. If the inclination of the ladder to the ground be 45 degree, show that man whose weight is equal to that of ladder can just ascend to top of ladder without its slipping. ਹੁਣ ਜਿਹੜੇ ਬੱਚੇ ਪੜ੍ਹ ਰਹੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਲੈਡਰ ਵਾਲੇ ਕੁਐਸਚਨ ਜੋ ਹੈ ਉਹ ਪਹਿਲਾਂ ਵੀ ਆ ਚੁੱਕੇ ਨੇ ਆਪਾਂ ਨੂੰ ਪਿਛਲੇ ਚੈਪਟਰ ਦੇ ਵਿੱਚ। ਉਹਦੇ 'ਚ ਫਰਕ ਕੀ, ਇਹ 'ਚ ਤੇ ਉਹਦੇ 'ਚ ਫਰਕ ਕੀ ਹੈ ਵੀ ਕੁਐਸਚਨ ਬਿਲਕੁਲ ਸੇਮ ਹੁੰਦੇ ਨੇ, ਬਿਲਕੁਲ ਸੇਮ ਉਹੀ ਕੰਸੈਪਟ ਹੈ, ਕੋਈ ਖਾਸ ਨਵਾਂ ਕੰਸੈਪਟ ਨਹੀਂ ਹੈਗਾ ਇਹਦੇ ਵਿੱਚ ਜੀ। ਜਿਹਨਾਂ ਨੂੰ ਪਿਛਲੀ ਐਕਸਰਸਾਈਜ਼ ਆਉਂਦੀ, ਪਿਛਲਾ ਚੈਪਟਰ ਆਉਂਦਾ ਹੈਗਾ ਜੀ, ਉਹ ਇਹ ਸਾਰੀ ਐਕਸਰਸਾਈਜ਼ ਸੋਲਵ ਹੋ ਜਾਏਗੀ ਉਹਨਾਂ ਦੀ ਉਦਾਂ ਹੀ ਆ। ਬਸ ਫਰਕ ਕੀ ਹੈਗਾ, ਜੋ ਪਿਛਲਾ ਚੈਪਟਰ ਕੀਤਾ ਸੀ ਆਪਾਂ ਨੇ 8th ਚੈਪਟਰ, ਉਹਦੇ ਵਿੱਚ ਆਪਾਂ ਨੂੰ ਦੋਨੇ ਵਰਟੀਕਲ ਵਾਲ ਅਤੇ ਹੌਰੀਜ਼ੌਂਟਲ ਗਰਾਊਂਡ ਜਾਂ ਹੌਰੀਜ਼ੌਂਟਲ ਵਾਲ ਜਿਹੜੀ ਹੈਗੀ ਹੌਰੀਜ਼ੌਂਟਲ, ਉਹ ਦੋਨੇ ਗਰਾਊਂਡ ਅਤੇ ਵਾਲ ਦੋਨੇ ਸਮੂਥ ਗਿਵਨ ਸੀਗੀਆਂ। ਸਮੂਥ ਮਤਲਬ ਕਿ ਉਹ 'ਚ ਫ੍ਰਿਕਸ਼ਨ ਨਹੀਂ ਹੈਗੀ ਸੀ। ਬਸ ਇਹਦੇ ਵਿੱਚ ਇਹ ਗੱਲ ਹੈਗੀ ਹੈ, ਇਹਨਾਂ ਨੇ ਫ੍ਰਿਕਸ਼ਨ ਵਿੱਚ ਇੰਟਰੋਡਿਊਸ ਕਰਤੀ, ਫ੍ਰਿਕਸ਼ਨ ਵਿੱਚ ਪਾਤੀ, ਬਸ ਕੱਲੀ ਇਹ ਫਰਕ ਆ। ਜਿਹਨਾਂ ਨੂੰ 8th ਚੈਪਟਰ ਦੇ ਕੁਐਸਚਨ ਕਰ ਲਏ ਸੀ ਜਿਹਨਾਂ ਨੇ ਲੈਟਰ ਵਾਲੇ, ਉਹ ਕੁਐਸਚਨ ਸਾਰੇ ਸੋਲਵ ਹੋ ਜਾਣਗੇ ਜੀ। ਸੋ ਦੇਖੋ ਧਿਆਨ ਨਾਲ, ਮੈਂ ਪੜ੍ਹ ਰਿਹਾ, ਸਾਰੇ ਉਵੇਂ ਨੇ ਜੋ ਵੈਸੇ ਕਰਵਾਉਣੇ ਤਾਂ ਹੈਗੇ ਨੇ ਕੁਐਸਚਨ। ਦੇਖੋ ਇਹਦੀ ਡਾਇਗਰਾਮ ਬਣਾਉਂਦੇ ਪਹਿਲਾਂ ਆਪਾਂ। ਇੱਕ ਲੈਟਰ ਹੈ ਜੀ, ਯੂਨੀਫਾਰਮ ਮਤਲਬ ਇਹਦਾ weight ਜੋ ਹੋਊਗਾ ਲੈਟਰ ਦਾ ਉਹ ਸੈਂਟਰ ਤੇ ਐਕਟ ਕਰੇਗਾ। ਆ ਗਰਾਊਂਡ ਆ, ਇਹ ਵਰਟੀਕਲ ਵਾਲ ਆ, ਇਹ ਲੈਟਰ ਆ ਜੀ। ਅਤੇ ਜੋ ਇਹਦਾ ਵਨ ਐਂਡ ਅਗੇਂਸਟ ਸਮੂਥ ਵਰਟੀਕਲ ਵਾਲ ਮਤਲਬ ਇੱਥੇ ਫ੍ਰਿਕਸ਼ਨ ਦੀ ਗੱਲ ਨਹੀਂ ਹੋਣੀ, ਇਹ ਫ੍ਰਿਕਸ਼ਨ ਨਹੀਂ ਹੈਗੀ ਇਹਦੇ ਵਿੱਚ। ਜੋ ਗਰਾਊਂਡ ਹੈ ਉਹਦੇ ਵਿੱਚ ਫ੍ਰਿਕਸ਼ਨ ਦੀ ਗੱਲ ਹੋਏ, ਰਫ ਮਤਲਬ ਫ੍ਰਿਕਸ਼ਨ ਆਏਗੀ। ਤੇ ਇਹਦੇ ਵਿੱਚ ਜਿਹੜਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਹੈ, ਇਹਦਾ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਜੋ ਹੈ ਉਹ ਆਪਾਂ ਨੂੰ 3/4 ਗਿਵਨ। ਜੋ ਡਾਇਗਰਾਮ ਬਣਾਉਂਦੇ, ਇੱਕ ਲੈਡਰ ਪਈ ਹੈ ਇੱਥੇ, ਇਹਦਾ ਲੈਡਰ ਦਾ ਭਾਰ ਗਰਾਊਂਡ ਉੱਪਰ ਵੀ ਆ ਰਿਹਾ, ਗਰਾਊਂਡ ਤੇ ਐਕਸ਼ਨ ਹੋ ਰਿਹਾ। ਜੇ ਗਰਾਊਂਡ ਤੇ ਐਕਸ਼ਨ ਹੋ ਰਿਹਾ ਤੇ ਰਿਐਕਸ਼ਨ ਵੀ ਹੋਊਗੀ। ਇਹਦਾ ਭਾਰ ਵਾਲ ਤੇ ਵੀ ਆ ਰਿਹਾ, ਵਾਲ ਤੇ ਰਿਐਕਸ਼ਨ ਹੋਣਗੀਆਂ, ਐਕਸ਼ਨ ਹੋ ਰਿਹਾ ਤੇ ਰਿਐਕਸ਼ਨ ਵੀ ਹੋਏਗੀ। ਐਸ ਹੋ ਗਿਆ। ਇਹਦਾ weight ਹੋਊਗਾ, ਸੈਂਟਰ ਤੇ ਐਕਟ ਕਰੇਗਾ। ਹੁਣ ਫ੍ਰਿਕਸ਼ਨ ਹੈ ਇੱਥੇ ਗਰਾਊਂਡ ਦੇ ਵਿੱਚ, ਤਾਂ ਫ੍ਰਿਕਸ਼ਨ ਕਿਹਦੇ ਬਰਾਬਰ ਹੋਏਗੀ ਆਪਣੇ ਕੋਲ, ਮਿਊ ਟਾਈਮਸ ਨੋਰਮਲ ਐਕਸ਼ਨ। ਨੋਰਮਲ ਐਕਸ਼ਨ ਕੀ ਮੰਨੀ ਆਪਾਂ, ਐਸ ਲਈ ਹੈ ਕਿ ਆਰ ਲਈ ਹੈ, ਚੈੱਕ ਕਰ ਲਓ। ਇਹ ਆਰ ਮੰਨੀ ਆ ਉੱਪਰ ਵਾਲੀ। ਫ੍ਰਿਕਸ਼ਨ ਇਹ ਹੁੰਦੀ ਆ ਮਿਊ ਟਾਈਮਸ ਨੋਰਮਲ ਰਿਐਕਸ਼ਨ। ਤੇ ਮਿਊ ਕੀ ਆ ਆਪਣੇ ਕੋਲ, ਕੋਐਫੀਸ਼ੀਐਂਟ ਆਫ ਫ੍ਰਿਕਸ਼ਨ। ਤਾਂ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਕਿੰਨਾ ਗਿਵਨ ਆਪਾਂ ਨੂੰ, ਗਰਾਊਂਡ ਦਾ 3/4। ਇਹ 3/4 ਆ ਜਾਊਗੀ। ਹੁਣ ਇਹਦੇ ਵਿੱਚ ਉਹੀ ਜਿਹੜੀ ਮੇਨ ਗੱਲ ਉੱਪਰ ਮੈਂ 3-4 ਦਿਨਾਂ ਤੋਂ ਜ਼ੋਰ ਲਾ ਰਿਹਾ ਹੈਗੀ ਕਿ ਇਹਦੇ ਵਿੱਚ ਕੀ ਹੈਗਾ, ਇਹ ਜਸਟ ਗੋਇੰਗ ਟੂ ਸਲਾਈਡ ਹੋਣਗੇ ਕੁਐਸਚਨ, ਮਤਲਬ ਇਹ ਗੋਇੰਗ ਟੂ ਸਲਿਪ ਆ। ਸਟੇਟਮੈਂਟ ਪੜ੍ਹ ਲਓ, ਸਟੇਟਮੈਂਟ ਕੀ ਹੈਗੀ ਹੈ। ਸਾਰੇ ਕੁਐਸਚਨ ਏਦਾਂ ਹੋਣਗੇ ਫ੍ਰਿਕਸ਼ਨ ਵਾਲੇ, ਕੀ ਬਸ ਮੋਸ਼ਨ ਹੋਣ ਨੂੰ ਤਿਆਰ ਆ। ਉਹ ਕਿਉਂ ਹੋਣਗੇ ਪਹਿਲਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਇਦਾਂ ਕੁਐਸਚਨ ਕਿਉਂ ਆਉਂਦੇ ਨੇ, ਬਿਕੋਜ਼ ਆਫ ਲਿਮਿਟਿੰਗ ਫ੍ਰਿਕਸ਼ਨ। ਅਤੇ ਆਪਾਂ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਆ ਫ੍ਰਿਕਸ਼ਨ ਬਣਾਤਾ ਇੱਥੇ ਮੈਂ, ਹੁਣ ਫ੍ਰਿਕਸ਼ਨ ਇੰਟਰੈਕਸ਼ਨ ਕਿੱਧਰ ਆਊਗੀ, ਇੱਧਰਲੇ ਪਾਸੇ ਆਊਗੀ, ਇੱਧਰਲੇ ਪਾਸੇ ਆਊਗੀ, ਇੱਧਰ ਨੂੰ ਹੋਊ ਫ੍ਰਿਕਸ਼ਨ ਕਿ ਪਿੱਛੇ ਨੂੰ ਹੋਊਗੀ, ਇਹ ਪਤਾ ਨਹੀਂ ਹੈਗਾ ਆਪਾਂ ਨੂੰ। ਇਹ ਫ੍ਰਿਕਸ਼ਨ ਜੋ ਹੈਗੀ ਆ ਇਹ ਮੋਸ਼ਨ ਉੱਪਰ ਡਿਪੈਂਡ ਕਰੇਗਾ, ਮੋਸ਼ਨ ਕਿੱਧਰਲੇ ਪਾਸੇ ਹੋ ਰਿਹਾ। ਮੋਸ਼ਨ ਦੱਸਿਆ ਹੋਇਆ ਇਹਨਾਂ ਨੇ, ਮੈਂ ਸਟੇਟਮੈਂਟ ਪੜ੍ਹ ਰਿਹਾ। ਲਾਸਟ ਲਾਈਨ ਕੀ ਹੈ, ਇੱਕ ਬੰਦਾ ਹੈ ਜਿਹਦਾ weight ਇਹ ਪੌੜੀ ਦੇ weight ਦੇ ਬਰਾਬਰ ਆ। ਮੰਨ ਲਓ ਕਿ ਜਿੱਦਾਂ ਮਰਜ਼ੀ ਬਣਾ ਲਓ, ਉਹ ਉੱਪਰ ਚੜ ਰਿਹਾ ਪੌੜੀ ਦੇ, ਇੱਥੇ ਪਹੁੰਚ ਗਿਆ ਚੜ੍ਹਦਾ ਇਹਦਾ weight ਜੋ ਹੈ ਇਹ ਪੌੜੀ ਦੇ weight ਦੇ ਬਰਾਬਰ ਆ, ਇੱਥੇ ਪਹੁੰਚ ਗਿਆ। ਤੇ ਉਹ ਕਹਿੰਦੇ ਇਹ ਬੰਦਾ ਜਸਟ ਟੌਪ ਤੇ ਹੀ ਪਹੁੰਚੂਗਾ ਬਸ, ਮਤਲਬ ਟੌਪ ਤੱਕ ਹੀ ਕਿਉਂ ਜਾਊਗਾ, ਜੇ ਹੋਰ ਅੱਗੇ ਜਾਊਗਾ ਤਾਂ ਪੌੜੀ ਸਲਿਪ ਕਰ ਜਾਏਗੀ। ਇਹਦਾ ਮਤਲਬ ਕੀ ਹੈਗਾ, ਮਤਲਬ ਕਿ ਜਸਟ ਟੌਪ ਤੇ ਪਹੁੰਚੇਗਾ, ਮਤਲਬ ਜਦੋਂ ਟੌਪ ਤੇ ਪਹੁੰਚੇਗਾ ਬਸ ਉਦੋਂ ਪੌੜੀ ਜੋ ਹੈ ਫਿਸਲਣ ਨੂੰ ਤਿਆਰ ਆ। ਜਸਟ ਟੌਪ ਤੇ ਪਹੁੰਚਿਆ ਮਤਲਬ ਕੀ ਹੋ ਗਿਆ
कि ਜਦੋਂ ਟੌਪ ਤੇ ਪਹੁੰਚੇਗਾ ਬੋਡੀ ਪੌੜੀ ਜੋ ਹੈ ਲੈਟਰ ਜੋ ਹੈ ਉਹ ਫਿਸਲਣ ਨੂੰ ਤਿਆਰ ਆ, ਮਤਲਬ ਫਿਸਲਣ ਨੂੰ ਤਿਆਰ ਹੈ। ਇਹਦਾ ਕੀ ਯੂਜ਼ ਹੈਗਾ ਇਹ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਇੱਥੋਂ ਹੀ ਇਕੁਏਸ਼ਨਸ ਬਣਨਗੀਆਂ। ਜੇ ਮੋਸ਼ਨ ਹੋਣ ਨੂੰ ਤਿਆਰ ਹੈ ਤਾਂ ਹੀ ਆਪਾਂ ਇਹ ਇਕੁਏਟ ਕਰ ਸਕਦੇ ਹਾਂ। ਇਹ ਪਹਿਲਾਂ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਆਪਾਂ। ਮੈਂ ਇਹ ਗੱਲ ਆਊਗੀ ਹਮੇਸ਼ਾ ਫਿਕਸ਼ਨ ਦੇ ਕੁਐਸਚਨਾਂ ਵਿੱਚ ਕਿ ਮੋਸ਼ਨ ਹੋਣ ਨੂੰ ਤਿਆਰ ਹੈ, ਸਲਿੱਪ ਹੋਣ ਨੂੰ ਤਿਆਰ ਆ, ਸਲਾਈਡ ਹੋਣ ਨੂੰ ਤਿਆਰ ਆ। ਸੋ ਦੇਖੋ, ਸੋ ਬੰਦਾ ਇੱਥੇ ਪਹੁੰਚਾਉਣਾ ਆਪਾਂ ਇਹ ਦੱਸਣਾ ਕਿ ਇੱਥੇ ਤੱਕ ਹੀ ਪਹੁੰਚੇਗਾ ਬੰਦਾ। ਮੰਨ ਲਓ ਕਿ ਬੰਦਾ ਜੋ ਹੈ ਉਹ B ਡਿਸਟੈਂਸ ਤੱਕ ਪਹੁੰਚਿਆ। ਇਹ ਪਹਿਲਾਂ ਕੁਐਸਚਨ ਸਾਰਾ ਕਰ ਚੁੱਕੇ ਹਾਂ ਵੀ। ਇਹ ਲੈਟਰ ਦੀ ਲੈਂਥ ਜੇ ਪਹਿਲਾਂ ਧਿਆਨ ਚ ਹੋਵੇ, ਪਹਿਲਾਂ ਵੀ ਆਪਾਂ 2a ਮੰਨਦੇ ਆ ਰਹੇ ਸੀ ਪਿਛਲੇ ਕੁਐਸਚਨਾਂ ਵਿੱਚ, ਤਾਂ ਜੋ ਅੱਧਾ a ਹੈ ਜੀ, ਇਹ ਅੱਧਾ a ਹੋਊਗਾ। ਜਿਹੜਾ AB ਡਿਸਟੈਂਸ ਆ ਉਹ A ਹੋਊਗਾ ਜੀ। ਇਹ ਐਂਗਲ ਦਿੱਤਾ ਹੋਇਆ ਆਪਾਂ ਨੂੰ 45 ਡਿਗਰੀ ਹੈ। ਜੋ ਬਾਕੀ ਕਰ ਲਵਾਂਗੇ ਆਪਾਂ। ਆ ਗਿਆ ਆਪਣੇ ਕੋਲ। ਹੁਣ ਡਾਇਰੈਕਸ਼ਨ ਰਹਿ ਗਈ ਫਿਕਸ਼ਨ ਦੇ ਪਾਉਣ ਦੀ। ਮੋਸ਼ਨ ਕਿੱਧਰਲੇ ਪਾਸੇ ਹੋਊਗਾ ਜਾਂ ਮੋਸ਼ਨ ਕਿੱਧਰ ਹੋਣ ਨੂੰ ਤਿਆਰ ਆ। ਇਹ ਪੌੜੀ ਜੋ ਹੈ ਇਹਦਾ ਫਿਸਲਣ ਨੂੰ ਤਿਆਰ ਆ। ਫਿਸਲਣ ਨੂੰ ਤਿਆਰ ਮਤਲਬ ਇਹ ਹਿੱਸਾ ਅੱਗੇ ਜਾਣ ਨੂੰ ਤਿਆਰ ਆ। ਕੌਣ ਰੋਕ ਰਿਹਾ ਇਹਨੂੰ? ਫ੍ਰਿਕਸ਼ਨ ਰੋਕ ਰਹੀ ਹੈ ਅੱਗੇ ਜਾਣ ਤੋਂ। ਮਤਲਬ ਫ੍ਰਿਕਸ਼ਨ ਜੋ ਹੈਗੀ ਜੇ ਅੱਗੇ ਜਾਣ ਨੂੰ ਤਿਆਰ ਆ ਤਾਂ ਫ੍ਰਿਕਸ਼ਨ ਇੱਧਰਲੇ ਪਾਸੇ ਐਕਟ ਕਰੇਗੀ। ਫ੍ਰਿਕਸ਼ਨ ਜੋ ਹੈਗੀ ਆ ਮੋਸ਼ਨ ਨੂੰ ਅਪੋਜ਼ ਕਰਦੀ ਹੁੰਦੀ ਹੈ, ਰੋਕਦੀ ਹੁੰਦੀ ਹੈ। ਚਲੋ ਆ ਬਣ ਗਿਆ ਕੁਐਸਚਨ ਸਾਰਾ ਪੁਰਾਣਾ, ਬਸ ਇਹ ਚ ਇੱਕ ਨਵੀਂ ਆ ਗਈ ਫੋਰਸ, ਬਸ ਐਕਸਟਰਾ, ਬਸ ਇਹ ਫਰਕ ਆ। ਬਾਕੀ ਕੁਐਸਚਨ ਕਰਦੇ ਹਾਂ। ਕੁਐਸਚਨ ਸਾਰੇ ਜੇ ਪੁਰਾਣੇ ਆਉਂਦੇ ਹੋਣਗੇ ਇਹ ਕੁਐਸਚਨ ਵੀ ਸੌਖੇ ਨੇ ਜੀ। ਪਹਿਲਾਂ ਆਪਾਂ ਪਾਰਟਸ ਇਕੁਅਲ ਕਰਨੇ ਹੁੰਦੇ ਨੇ। ਆਰ ਕਿਹਦੇ ਬਰਾਬਰ ਹੋਊਗਾ? ਉੱਪਰਲਾ ਪਾਰਟ ਨਿਚਲੇ ਪਾਰਟ ਦੇ ਬਰਾਬਰ ਹੋਊਗਾ। ਇਹ ਹੋਊਗਾ W ਪਲੱਸ W, ਇਹ ਬਣ ਗਿਆ 2W। ਹੋਰ S ਅੱਗੇ ਜਾ ਰਿਹਾ, ਉਧਰ ਜਾ ਰਿਹਾ, X Y ਕਰ ਲਿਆ ਆਪਾਂ ਨੇ। ਇਹ X ਇਕੁਏਟ ਕੀਤਾ ਜੀ, R ਦੀ ਵੈਲਿਊ ਭਰ ਦੋ। ਆ 2 ਕੱਟ ਗਿਆ ਜੀ, ਆ ਗਿਆ। ਇਹ X ਇਕੁਏਟ ਕੀਤਾ, ਬੈਲੈਂਸ ਕਰੇਗਾ ਤਾਂ X ਵਾਲੇ ਪਾਸੇ ਮੋਸ਼ਨ ਨਹੀਂ ਹੋ ਰਿਹਾ। Y ਇਕੁਏਟ ਕਰ ਲਿਆ, ਉੱਪਰ ਵਾਲਾ ਨੀਚੇ ਦੇ ਬਰਾਬਰ ਹੋਊਗਾ ਤਾਂ ਬੈਲੈਂਸ ਕਰ ਰਹੇ ਨੇ। ਇਹ ਤਾਂ ਬਹੁਤ ਵਾਰੀ ਕਰ ਚੁੱਕੇ ਆਪਾਂ। ਫਿਰ ਅੱਗੇ ਧਿਆਨ ਦਿਓ। ਫਿਰ ਮੂਵਮੈਂਟ ਕੱਢਣਾ ਹੁੰਦਾ। ਮੂਵਮੈਂਟ ਅਬਾਊਟ A ਕੱਢ ਲਓ। ਸਾਰਾ ਕੁਐਸਚਨ ਪਿੱਛੇ ਨਾਲ ਨੇ ਬਾਕੀ ਸਾਰੇ, ਬਸ ਇਹ ਇੱਕ ਆ ਰੈਜ਼ਿਸਟੈਂਸ ਦੀ ਗੱਲ ਆ ਗਈ। ਇਹਦੇ ਵਿੱਚ ਰੈਜ਼ਿਸਟੈਂਸ ਜਾਂ ਫ੍ਰਿਕਸ਼ਨ ਕਹਿ ਲਓ, ਉਹਦੀ ਗੱਲ ਆ ਗਈ। ਮੂਵਮੈਂਟ ਅਬਾਊਟ A ਕੱਢਿਆ, ਮੈਂ ਸਿੱਧਾ ਲਿਖ ਰਿਹਾ ਜੀ। R ਫੋਰਸ ਵਿੱਚੋਂ ਨਿਕਲ ਰਹੀ ਆ, R into 0 ਹੋ ਗਿਆ, 3/4 R into 0 ਹੋ ਗਿਆ, ਵਿੱਚੋਂ ਨਿਕਲ ਰਹੀ ਹੈ, ਡਿਸਟੈਂਸ 0 ਹੋ ਗਿਆ ਜੀ। W into ਡਿਸਟੈਂਸ ਕਿੰਨਾ ਹੋਊਗਾ? ਦੇਖੋ ਜੀ, ਆਹ ਡਿਸਟੈਂਸ A ਆ, ਅੱਧਾ ਲੱਭਣਾ ਕੀ ਆ ਆਪਾਂ? ਬੇਸ ਕੀ ਹੁੰਦਾ? cos ਵਾਲਾ ਪਾਰਟ। W A cos 45, ਡਾਇਰੈਕਸ਼ਨ ਚੈੱਕ ਕਰ ਲਓ, ਕਲੌਕਵਾਈਜ਼ ਆ ਤਾਂ ਨੈਗੇਟਿਵ ਆ ਜਾਏਗਾ। ਇਹਦਾ ਲਿਆ ਆਪਾਂ ਨੇ ਦੂਜਾ ਹੈਗਾ WB cos 45, ਇਹ ਡਿਸਟੈਂਸ B ਲਿਆ ਆਪਾਂ ਨੇ। ਬੇਸ ਲੱਭਣਾ, cos ਬਣੇਗਾ ਵੀ ਕਲੌਕਵਾਈਜ਼ ਆ। S ਰਹਿ ਗਿਆ ਹੁਣ ਕੱਲਾ, S ਐਂਟੀ ਕਲੌਕਵਾਈਜ਼ ਹੋਊਗਾ, ਪਲੱਸ ਹੋ ਜਾਏਗਾ, ਪਲੱਸ S। ਆਹ ਡਿਸਟੈਂਸ ਕੱਢਣਾ ਆਪਾਂ। ਜੇ ਇਹ ਐਂਗਲ 45 ਹੈ ਜੀ, 45 ਹੋਊਗਾ ਜੀ। ਸਿੱਧਾ ਵੀ ਲਿਖ ਸਕਦੇ ਹਾਂ ਆਪਾਂ, ਬਾਕੀ ਤੁਹਾਡੀ ਮਰਜ਼ੀ ਆ। ਇਹਨੂੰ ਡਿਸਟੈਂਸ ਨੂੰ AB ਮੰਨ ਲਓ, AE ਮੰਨ ਲਓ, ਸਾਰੇ ਮੰਨ ਕੇ ਕੱਢ ਸਕਦੇ ਹਾਂ। ਚਲੋ ਇਹ ਪਰਪੈਂਡੀਕੂਲਰ ਫਾਈਂਡ ਕਰਨਾ। ਪਰਪੈਂਡੀਕੂਲਰ ਕੀ ਹੁੰਦਾ ਆਪਣੇ ਕੋਲ? ਸਾਈਨ ਵਾਲਾ। ਆ ਪਤਾ ਹਾਈਪੋਟੈਨਸ 2a sin 45, ਇਹ ਆ ਜਾਏਗਾ 2a। ਇੱਥੋਂ ਆਪਾਂ ਨੇ ਆ B ਪਤਾ ਕਰਨਾ ਹੈ ਕਿੰਨੀ ਦੂਰ ਤੱਕ ਜਾਊਗਾ। ਇਹਦੇ ਵਿੱਚ ਦੇਖ ਲਓ ਕਿੰਨਾ ਆ ਗਿਆ, cos 45 1/√2 ਹੋ ਗਿਆ। ਇਹ ਦੋਨੇ ਟਰਮਾਂ ਚੱਕ ਕੇ ਉੱਧਰ ਲੈ ਕੇ ਜਾ ਰਹੇ ਹਾਂ ਜੀ। ਇਹ ਵੀ cos 5 1/√2 ਹੋ ਗਿਆ। S ਦੀ ਵੈਲਿਊ ਭਰ ਦੋ, 3/2, 2a sin 45 ਵੀ 1/√2 ਹੋ ਗਿਆ। ਇਹ √2 ਕੈਂਸਲ ਕਰ ਦੋ, ਆ ਵੀ 2 ਕੈਂਸਲ ਹੋ ਗਿਆ। ਇਹ ਚ W ਆਉਣਾ ਸੀ ਨਾਲ। ਚਲੋ ਐਂ ਕਰ ਲਓ, W/√2 ਬਾਹਰ ਕੱਢ ਲਿਆ। ਇਹ ਆ ਗਿਆ A plus B, ਇੱਥੇ ਆ ਗਿਆ 3a W/√2, ਇਹ ਕੱਟ ਗਿਆ ਸਾਰਾ। therefore B ਕਿੰਨਾ ਆ ਗਿਆ? 2a। ਇਹਦਾ ਕੀ ਮਤਲਬ ਬਣਿਆ? ਇਹ ਪੋਜੀਸ਼ਨ ਕਿਹੜੀ ਹੈ? ਗੱਲ ਉਹ ਸਮਝਣ ਵਾਲੀ ਹੈ। ਗੱਲ ਮੈਂ ਦੁਬਾਰਾ ਰਿਪੀਟ ਕਰ ਰਿਹਾ ਜੀ, ਇਸ ਨੂੰ ਜੇ ਨਹੀਂ ਪਤਾ ਦੁਬਾਰਾ ਸਮਝ ਆ ਜੇ। ਇਹ ਗੋਇੰਗ ਟੂ ਸਲਿਪ ਆ, ਬਸ ਸਲਿਪ ਕਰਨ ਨੂੰ ਤਿਆਰ ਆ। ਇਹ ਇਕੁਏਸ਼ਨ ਤਾਂ ਬਣਾਈਆਂ ਆਪਾਂ, ਇਕੁਏਸ਼ਨਸ ਤਾਂ ਬਣਦੀਆਂ ਹੁੰਦੀਆਂ ਨੇ
जे मोशन होने नूं तैयार आ। मतलब कि जदों ये इक्वेशन बना के आपां बी 2a कढता, मतलब जो 2a ते पहुंचेगा, 2a मतलब की है जो बी बंदा लेंथ 2a की हैगी आ टॉप ऑफ लैडर, डिस्टेंस सारा 2a है, जो बंदा टॉप ते पहुंचेगा उदों बस पौड़ी स्लिप होने नूं तैयार आ। स्लिप होने नूं तैयार मतलब की हैगा कि वो जस्ट टॉप ते ही पहुंचेगा, होर उपर नहीं जा सकदा, होर एक स्टैप अगे नहीं जा सकदा, इसी होर अगे नहीं जा सकदा, नहीं तो पौड़ी स्लिप कर जाएगी। Therefore, man can just reach the top of ladder, ये जस्ट टॉप तक ही पहुंचूगा। चलो थोड़े क्वेश्चन होर देख लेने आपां। मैं स्टेटमेंट पढ़ रहा, स्टेटमेंट देख लो सी। कंसैप्ट सारे एक यही ने जिहड़े आपां कीते हैगे ने, पुराने कंसैप्ट ही ने। क्वेश्चन वध तां करवा रहा कि तुहानूं होर समझ आ जाए, जां तुसीं हुण जे पहलां नहीं समझे हैगे तां हुण समझ लो दोबारा। A uniform ladder of length L and weight W rest with its foot on rough ground and upper end against a smooth wall. The inclination to the vertical being alpha. Body the vertical na alpha angle banda chalo. A force P is applied horizontally to a ladder at point distance C from foot so as to make the foot approach wall. Prove that P must exceed LW upon L minus C mu plus half tan alpha, where mu is the coefficient of friction at the foot. जितना की है देखो आपां नूं एक पौड़ी दी बनेगी जिवें आ देखो ग्राउंड आ जी, ये रफ आ, इत्थे फ्रिक्शन आएगी, पौड़ी हैगी आ, वर्टिकल वाल नूं भी टच करे, समूथ है फ्रिक्शन नहीं हैगी। चलो उम्मीद आपां रिएक्शंस बना ली, एस बना ली, ये आपां ने आर बना ली। ਇਹਦੀ ਲੈਂਥ ਜੋ ਹੈਗੀ ਆ ਓਵਰਆਲ ਉਹਨੇ L ਦਿੱਤੀ ਹੋਈ ਹੈ ਜੀ ਆਪਾਂ, ਤੇ ਇਹ ਪੌੜੀ ਦਾ ਵਰਟੀਕਲ ਨਾਲ ਐਂਗਲ ਅਲਫਾ ਜੀ, ਵਰਟੀਕਲ ਦੇ ਨਾਲ ਐਂਗਲ ਅਲਫਾ ਬਣਦਾ, ਤੇ ਜੋ ਵੀ ਐਂਗਲ ਦਿੱਤਾ ਹੋਇਆ ਆਪਾਂ ਨੂੰ। ਇਸ ਤੋਂ ਬਾਅਦ ਇਹਦਾ weight ਵੀ ਹੈ, ਯੂਨੀਫਾਰਮ ਹੋਣ ਕਰਕੇ ਸੈਂਟਰ 'ਚ weight ਐਕਟ ਕਰੇਗਾ ਜੀ, ਇਹ weight ਆ ਗਿਆ। ਹੋਰ ਕੀ ਦਿੱਤਾ ਹੋਇਆ ਆਪਣੇ ਦੇ ਵਿੱਚ कि C डिस्टेंस दूर फुट तो, पौड़ी के फुट तो C डिस्टेंस दूर आपने इत्थे हॉरिजॉन्टल फोर्स लाई है, इदां लाना करूंगा P, हॉरिजॉन्टल फोर्स लाई है तेरे पासे, ते फोर्स का फोर्स लाई क्यों आपने, तां जो यह पौड़ी नूं खिंची आपां इहदे वल वॉल वल, लाइन पढ़ लियो की हैगा ਦਿੱਤਾ ਹੈ, so as to make the foot approach wall। इदां करना कि ਜਿਹੜਾ ਫੁੱਟ ਹੈਗਾ ਉਹ ਦੀਵਾਰ ਦੇ ਕੋਲ ਆਵੇ, ਮਤਲਬ ਪੌੜੀ ਨੂੰ ਖਿੱਚ ਕੇ ਸਿੱਧਾ ਕਰ ਰਹੇ ਆਪਾਂ, ਇੱਥੋਂ ਫੜ ਕੇ ਇਦਾਂ ਖਿੱਚ ਰਹੇ ਹਾਂ ਦੀਵਾਰ ਵਾਲੇ ਪਾਸੇ। ਹੁਣ ਇਹਦਾ ਕੀ ਫਾਇਦਾ ਹੋਇਆ, ਹੁਣ ਜਿਹੜੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ, ਇਹ ਡਾਇਰੈਕਸ਼ਨ ਲੱਗ ਗਈ ਕਿ ਇਹ ਹੁਣ ਇਹ ਪੌੜੀ ਸਲਿੱਪ ਨਹੀਂ ਕਰ ਰਹੀ। ਜੇ ਸਲਿੱਪ ਕਰ ਰਹੀ ਹੁੰਦੀ ਤਾਂ ਮੋਸ਼ਨ ਇੱਧਰ ਹੋਣਾ ਸੀ, ਸਲਿੱਪ ਕਰਦੀ, ਜੇ ਪੌੜੀ ਸਲਿੱਪ ਕਰਦੀ ਤਾਂ ਇਹ ਫੁੱਟ ਅੱਗੇ ਜਾਣਾ ਸੀ, ਜੇ ਅੱਗੇ ਜਾਣਾ ਸੀ ਤਾਂ ਫ੍ਰਿਕਸ਼ਨ ਪੁੱਠੇ ਪਾਸੇ ਆਣੇ ਸੀ ਨੂੰ ਰੋਕਣ ਵਾਸਤੇ। ਹੁਣ ਇਹ ਫੁੱਟ ਇੱਧਰ ਨਹੀਂ ਜਾ ਰਿਹਾ, ਪਿੱਛੇ ਨੂੰ ਆ ਰਿਹਾ, ਖਿੱਚ ਰਿਹਾ ਨਾ ਆਪਾਂ ਇੱਧਰ ਨੂੰ, ਜੇ ਖਿੱਚ ਰਹੀ ਹੈਗੀਆਂ ਤਾਂ ਮੋਸ਼ਨ ਇੱਧਰਲੇ ਪਾਸੇ ਹੋ ਰਿਹਾ ਫੁੱਟ ਦਾ, ਦੇਖੋ ਇਦਾਂ ਹੋਊਗਾ ਨਾ, ਜੇ ਤੁਸੀਂ ਖਿੱਚੋਗੇ ਤਾਂ ਇਦਾਂ ਸਿੱਧੀ ਹੋਊਗੀ ਪੌੜੀ, ਜੇ ਖਿੱਚੋਗੇ ਨਾ ਤਾਂ ਮੋਸ਼ਨ ਚੈੱਕ ਕਰਨਾ ਵਾ ਨੀਚੇ ਫੁੱਟ ਦਾ ਕੀ ਆ ਮੋਸ਼ਨ ਇੱਧਰਲੇ ਪਾਸੇ ਹੋ ਰਿਹਾ, ਤਾਂ ਫ੍ਰਿਕਸ਼ਨ ਜੋ ਹੈ ਉਹ ਇੱਧਰਲੇ ਪਾਸੇ ਹੋਊਗੀ।
ਇਹ ਸਾਰਾ ਕੰਮ ਜੋ ਹੈ ਫਿਕਸ਼ਨ ਡਿਸਾਈਡ ਕਰਨ ਵਾਸਤੇ ਹੁੰਦਾ। ਕੋਐਫੀਸ਼ੀਐਂਟ ਆਫ ਫਿਕਸ਼ਨ ਕਿੰਨਾ ਗਿਵਨ ਆਪਾਂ ਨੂੰ, μ ਗਿਵਨ। ਚਲੋ ਦਿੱਤਾ ਹੋਇਆ ਸਾਰਾ ਆਪਾਂ ਨੂੰ। ਹੁਣ ਬਾਕੀ ਕੁਐਸਚਨ ਸੌਖਾ ਹੀ ਹੈ। ਹੁਣ ਇਹ ਦਿੱਤਾ ਕੀ ਹੋਇਆ ਆਪਾਂ ਨੂੰ ਕਿ ਪੀ ਫੋਰਸ ਆਪਾਂ ਇਦਾਂ ਲਾਉਣੀ ਆ ਕਿ ਬਸ ਇਹ ਖਿੱਚ ਲੈ ਇਹਨੂੰ ਪੌੜੀ ਨੂੰ। ਉਹ ਕਹਿੰਦੇ ਜੇ ਪੀ ਆਪਾਂ ਇਸ ਤੋਂ ਵੱਧ ਲਾਵਾਂਗੇ, ਜੋ ਆਪਾਂ ਦਿੱਤਾ ਹੈ, ਜੇ ਪੀ ਆਪਾਂ ਇਸ ਤੋਂ ਵੱਧ ਲਾਵਾਂਗੇ ਤਾਂ ਹੀ ਪੌੜੀ ਖਿੱਚੀ ਜਾਊਗੀ। ਉਹ ਕਰ ਲਵਾਂਗੇ ਆਪਾਂ ਕੀ ਕਰਾਂਗੇ, ਮੰਨ ਲਓ ਪੌੜੀ ਖਿੱਚਣ ਨੂੰ ਤਿਆਰ ਆ। ਮੰਨ ਲਓ ਜੇ ਆਪਾਂ ਇੰਨੀ ਫੋਰਸ ਲਾਵਾਂਗੇ ਤਾਂ ਕੀ ਮਤਲਬ ਬਣ ਗਿਆ ਕਿ ਪੌੜੀ ਜੋ ਹੈ ਬਸ ਚੱਲਣ ਨੂੰ ਤਿਆਰ ਆ ਜਾਂ ਖਿੱਚਣ ਨੂੰ ਤਿਆਰ ਆ। ਬਸ ਖਿੱਚਣ ਨੂੰ ਤਿਆਰ ਨਾਲ ਲੱਗੀ ਆ। ਜੇ ਇਸ ਤੋਂ ਆਪਾਂ ਵੱਡੀ ਫੋਰਸ ਕਰ ਦੇਵਾਂਗੇ ਤਾਂ ਪੌੜੀ ਖਿੱਚੀ ਜਾਊਗੀ। ਮਤਲਬ ਜੇ ਇਹ ਉਹ ਵੈਲਿਊ ਆਈ ਆ ਫੋਰਸ ਦੀ ਜਦੋਂ ਬੋਡੀ ਖਿੱਚਣ ਨੂੰ ਤਿਆਰ ਆ, ਤਾਂ ਬੋਡੀ ਖਿੱਚੀ ਕਿਵੇਂ ਜਾਊਗੀ, ਪੌੜੀ ਜੋ ਹੈ ਉਹ ਖਿੱਚੀ ਕਿਵੇਂ ਜਾਊਗੀ। ਇਹ ਫੋਰਸ ਨਾਲ ਖਿੱਚਣ ਨੂੰ ਤਿਆਰ ਆ, ਜੇ ਆਪਾਂ ਇਸ ਤੋਂ ਵੱਡੀ ਫੋਰਸ ਲਾ ਦੇਵਾਂਗੇ ਫਿਰ ਖਿੱਚੀ ਜਾਊਗੀ। ਮਤਲਬ ਕਿ ਜਿਹੜੇ ਫਿਕਸ਼ਨ ਬਾਰੇ ਪੜ੍ਹ ਰਹੇ ਹੋਣਗੇ ਪਤਾ ਹੋਊਗਾ ਕਿ ਐਕਸੀਡ ਵਰਡ ਕਿਉਂ ਪਾਇਆ। ਆਪਾਂ ਪੀ ਦੀ ਵੈਲਿਊ ਕੱਢਾਂਗੇ, ਮਤਲਬ ਕਿ ਮੋਸ਼ਨ ਹੋਣ ਨੂੰ ਤਿਆਰ ਆ ਉਦੋਂ ਪੀ ਕੱਢਾਂਗੇ। ਜੋ ਪੀ ਆ ਗਿਆ ਫਿਰ ਆਪਾਂ ਕਹਾਂਗੇ ਕਿ ਉਸ ਤੋਂ ਵੱਡੀ ਫੋਰਸ ਲਾਵਾਂਗੇ ਤਾਂ ਮੋਸ਼ਨ ਬਣੇਗਾ, ਤਾਂ ਹੀ ਬੋਡੀ ਖਿੱਚੀ ਜਾਊਗੀ, ਕਿਉਂਕਿ ਖਿੱਚਣ ਨੂੰ ਤਿਆਰ ਤਾਂ ਹੈਗੀ ਆ। ਜੇ ਉਸ ਤੋਂ ਵੱਡੀ ਫੋਰਸ ਲਾਵਾਂਗੇ ਤਾਂ ਖਿੱਚੀ ਜਾਊਗੀ। ਮਤਲਬ ਆਪਾਂ ਪੀ ਦਾ ਆਨਸਰ ਜੋ ਹੈ ਲਿਮਟਿੰਗ ਫਿਕਸ਼ਨ ਦੇ ਵਿੱਚ ਆਹ ਸ਼ੋ ਕਰਾਂਗੇ ਜੀ। ਤੇ ਦੁਬਾਰਾ ਉਹੀ ਗੱਲਾਂ ਆ ਰਹੀਆਂ ਨੇ, ਪਰ ਉਹੀ ਗੱਲ ਹੈ ਜੇ ਸਮਝ ਲਓ, ਹੁਣ ਵੀ ਸਮਝ ਲਓ ਤਾਂ ਬਹੁਤ ਚੰਗੀ ਗੱਲ ਹੈ ਜੀ। ਪੀ ਦੀ ਵੈਲਿਊ ਆਪਾਂ ਸ਼ੋ ਕਰਾਂਗੇ। ਇਹ ਵੈਲਿਊ ਕਿਹੜੀ ਆਈ ਆ, ਇਹ ਵੈਲਿਊ ਉਹ ਹੋਊਗੀ ਜਦੋਂ ਮੋਸ਼ਨ ਹੋਣ ਨੂੰ ਤਿਆਰ ਆ। ਕਿੱਧਰ ਹੋਣ ਨੂੰ ਤਿਆਰ ਆ, ਮੋਸ਼ਨ ਇੱਧਰ, ਬੋਡੀ ਖਿੱਚਣ ਨੂੰ ਤਿਆਰ ਆ। ਜਿੰਨੀ ਫੋਰਸ ਲਾਵਾਂਗੇ ਬੋਡੀ ਖਿੱਚਣ ਨੂੰ ਤਿਆਰ ਆ। ਬਸ ਮਤਲਬ ਜੇ ਫੋਰਸ ਆਪਾਂ ਇਸ ਤੋਂ ਵੱਡੀ ਲਾਤੀ ਤਾਂ ਖਿੱਚੀ ਜਾਊਗੀ। ਮਤਲਬ ਫਿਰ ਆਪਾਂ ਕੀ ਕਹਾਂਗੇ, ਜੇ ਫੋਰਸ ਇਸ ਤੋਂ ਐਕਸੀਡ ਕਰਾਂਗੇ ਤਾਂ ਹੀ ਜਿਹੜੀ ਆ ਫੁੱਟ ਹੈਗਾ ਇਹ ਦੀਵਾਰ ਵੱਲ ਅਪਰੋਚ ਕਰੇਗਾ, ਦੀਵਾਰ ਵੱਲ ਜਾਏਗਾ। ਉਹੀ ਪੁੱਛਿਆ ਉਹਨਾਂ ਨੇ ਕਿ ਆਪਣੇ ਫੋਰਸ ਜਿਹੜੀ ਹੈਗੀ ਆ, ਉਹਨੇ ਕਿਹਾ ਕਿ ਪੌੜੀ ਖਿੱਚ ਕੇ ਲੈ ਕੇ ਜਾਣੀ ਹੈ ਆਪਾਂ ਦੀਵਾਰ ਕੋਲ। ਜੇ ਪੌੜੀ ਖਿੱਚ ਕੇ ਲੈ ਕੇ ਜਾਣੀ ਹੈ ਤਾਂ ਫੋਰਸ ਇਸ ਤੋਂ ਵੱਡੀ ਲਾਣੀ ਪਊਗੀ ਆਪਾਂ ਨੂੰ। ਮਤਲਬ ਆਪਾਂ ਪਹਿਲੇ ਇਕੁਅਲ ਸ਼ੋ ਕਰ ਦੇਵਾਂਗੇ, ਫਿਰ ਅੰਡਰਸਟੂਡ ਆ ਕਿ ਫੋਰਸ ਜੋ ਹੈ ਇਸ ਤੋਂ ਵੱਡੀ ਲਾਵਾਂਗੇ। ਸੋ ਦੇਖ ਲਓ, ਬਾਕੀ ਕੰਮ ਸੌਖਾ ਹੀ ਹੈ ਸਾਰਾ। ਹੁਣ ਇਹ ਤਾਂ ਉਹੀ ਕਰਦੇ ਆ ਰਿਹਾ। ਮੂਵਮੈਂਟ ਕੱਢਾਂਗੇ, ਐਕਸ ਵਾਈ ਕੱਢਾਂਗੇ, ਬਰਾਬਰ ਆ ਜਾਊਗਾ ਜੀ। ਸੋ ਦੇਖੋ ਪਹਿਲਾਂ ਐਕਸ ਵਾਈ ਕੱਢਦੇ ਹਾਂ। ਐਕਸ ਦੇਖ ਲਓ ਜੀ, ਐਸ ਇਕੁਅਲਸ ਟੂ ਇੱਧਰ ਜਾ ਰਿਹਾ, ਆ ਵੀ ਇੱਧਰ ਜਾ ਰਿਹਾ ਜੀ। ਇੱਕ ਡਾਇਰੈਕਸ਼ਨ ਵਾਲੇ ਫੋਰਸਾਂ ਜੋੜ ਲਓ, ਦੋਨੇ ਇੱਕ ਪਾਸੇ ਜਾ ਰਹੀਆਂ, ਇੱਧਰਲੇ ਪਾਸੇ ਜਾ ਰਹੀ ਹੈ। ਜੇ ਬੈਲੈਂਸ ਕਰਨਗੇ ਤਾਂ ਹੀ ਮੋਸ਼ਨ ਨਹੀਂ ਹੋਊਗਾ। ਚਲੋ ਇੱਦਾਂ ਰੱਖ ਲਓ। ਇਹ ਤਾਂ ਉੱਪਰ ਵਾਲਾ ਆਰ ਇਕੁਅਲਸ ਟੂ ਵਾਈ ਵੀ ਬਰਾਬਰ ਹੋਣਗੇ, ਇਹ ਚ ਭਰ ਦੋ। ਦੇਰਫੋਰ ਐਸ ਕਿੰਨਾ ਆ ਜਾਊਗਾ, ਪੀ ਮਾਈਨਸ ਮਿਊ ਡਬਲਿਊ। ਇਹ ਨੰਬਰ 3 ਪਾ, ਇਹ ਵੈਲਿਊ ਭਰੀ ਆ ਇਹਦੇ ਵਿੱਚ ਜੀ। ਡਬਲਿਊ ਵੈਲਿਊ ਭਰਤੀ ਆਪਾਂ ਨੇ, ਉਧਰ ਲੈ ਕੇ ਚੱਕ ਕੇ ਐਸ ਦੀ ਵੈਲਿਊ ਆ ਗਈ। ਚਲੋ ਇਹਦਾ ਕੰਡੀਸ਼ਨਸ ਬਣ ਗਈਆਂ। ਹੁਣ ਮੂਵਮੈਂਟ ਕੱਢਦੇ ਆ। ਮੂਵਮੈਂਟ ਅਬਾਊਟ ਉਵੇਂ ਕੱਢ ਲਓ। ਮੂਵਮੈਂਟ ਅਬਾਊਟ ਏ ਕਰ ਲਓ, ਇਹਨੂੰ ਪਿੱਛੇ ਲੈ ਕੇ ਜਾਵਾਂਗੇ। ਇਹ ਐਂਗਲ ਅਲਫਾ ਹੈਗਾ ਤਾਂ ਆ ਵੀ ਅਲਫਾ ਹੋਊਗਾ, ਆ ਵੀ ਅਲਫਾ ਹੋਊਗਾ ਜੀ। ਜ਼ੈਡ ਬਣਾ ਲਏ, ਆਲਟਰਨੇਟ ਐਂਗਲਸ ਜ਼ੈਡ ਬਣਾਉਣਗੇ। ਸੋ ਦੇਖੋ ਜੀ, ਇਹ ਵੀ ਫੋਰਸ ਦੇ ਵਿੱਚੋਂ ਨਿਕਲ ਰਹੀ ਹੈ, ਡਿਸਟੈਂਸ 0, ਆ ਵੀ ਵਿੱਚੋਂ ਨਿਕਲ ਰਹੀ ਆ, ਤਾਂ r into 0 ਦੋਨੇ 0 ਹੋ ਗਈਆਂ। ਹੁਣ ਇੱਥੋਂ ਕੱਢਣਾ ਆਪਾਂ ਨੇ ਐਂਗਲ ਅਲਫਾ ਜੀ। ਲੱਭਣਾ ਕੀ ਆਪਾਂ, ਫੋਰਸ ਇੰਟੂ ਡਿਸਟੈਂਸ। ਹਾਈਪੋਟਨਿਊਸ ਪਤਾ ਜੀ ਆਪਾਂ ਨੂੰ L/2, ਆ ਡਿਸਟੈਂਸ ਕਿੰਨਾ ਹੋਊਗਾ L/2। ਲੱਭਣਾ ਕੀ ਆਪਾਂ ਹੁਣ ਇਸ ਕੇਸ ਐਂਗਲ ਸਾਹਮਣੇ ਕੀ ਹੁੰਦਾ, ਪਰਪੈਂਡੀਕੂਲਰ ਫਾਈਂਡ ਕਰਨਾ ਆਪਾਂ ਨੂੰ। ਹਾਈਪੋਟਨਿਊਸ ਪਤਾ, ਇਹ ਸਾਈਨ ਬਣੇਗਾ L/2 ਸਾਈਨ ਅਲਫਾ, ਤੇ ਫੋਰਸ ਕੀ ਹੈ W ਇੰਟੂ ਡਿਸਟੈਂਸ ਕਰ ਲਿਆ। ਡਾਇਰੈਕਸ਼ਨ ਕੀ ਹੈ ਦੀ ਕਲੌਕਵਾਈਜ਼, ਤਾਂ ਆਂਸਰ ਕੀ ਆਊਗਾ ਨੈਗੇਟਿਵ। ਆ ਵੀ ਹੋ ਗਈ, ਆ ਪੀ ਫੋਰਸ ਰਹਿ ਗਈ। ਹੁਣ ਇਦਾਂ ਪਾ ਰਹੇ, ਨੀਚੇ ਪਾ ਰਹੇ ਆਪਾਂ। ਆਹ ਡਿਸਟੈਂਸ ਉਰੇ ਤੱਕ ਸੀ ਆ ਜੀ, ਦਿੱਤਾ ਹੋਇਆ ਸੀ ਕਿ ਇਹ ਫੋਰਸ ਲਾਈ ਕਿੱਥੇ ਆਪਾਂ ਨੇ ਕਿ ਫੁੱਟ ਤੋਂ ਸੀ ਡਿਸਟੈਂਸ ਦੂਰ ਆ। ਮਤਲਬ ਇਹ ਟ੍ਰਾਇੰਗਲ ਦੇ ਵਿੱਚ ਐਂਗਲ ਪਤਾ, ਹਾਈਪੋਟਨਿਊਸ ਪਤਾ ਆਪਾਂ ਨੂੰ,
फोर्स इंटू डिस्टेंस, इस पॉइंट तो डिस्टेंस लवांगे, आ डिस्टेंस करना, फोर्स इंटू डिस्टेंस, डिस्टेंस कर लो हम, लभना की अपने एंगल बेस लभना, एक कॉस वाला पार्ट आएगा सी कॉस अल्फा, डायरेक्शन की है दी भी क्लॉकवाइज नेगेटिव होगा, आ रह गया इस गल्ला हूं तो एस इंटू आ डिस्टेंस कढ़ना अपन, डिस्टेंस की होगा एंगल आ सी, आ बेस हो गया, आ सारी हाइपोटेन्यूज पता अपन एल, तो डिस्टेंस की हो गया अपने को जी एल कॉस अल्फा, तो डायरेक्शन की होगी एंटी क्लॉकवाइज पॉजिटिव इक्वल टू 0। ਇਹਦੇ ਵਿੱਚੋਂ बस ਆਪਾਂ सारा P ਦਾ ਆਨਸਰ W ਦੀ ਫਾਰਮ 'ਚ ਲੱਭਣਾ ਆਪਾਂ, ਇਸ ਕਰਕੇ R ਦੀ ਵੈਲਿਊ ਭਰਾਂਗੇ ਤੇ S ਦੀ ਵੈਲਿਊ ਭਰਾਂਗੇ, R ਤਾਂ ਚਲੋ ਹੈ ਹੀ ਨਹੀਂ, S ਦੀ ਵੈਲਿਊ ਭਰਾਂਗੇ ਆਪਾਂ। ਸੋ ਕਰਦੇ ਆਪਾਂ, ਬਾਕੀ ਸੋਲਵ ਕਰਨਾ ਆਪਣਾ ਆਨਸਰ ਆ ਜਾਊਗਾ ਜੀ। ਇਹ ਆ ਗਿਆ therefore WL/2 sin alpha negative minus P into C cos alpha into लोड नहीं P C cos alpha, S ਦੀ ਵੈਲਿਊ ਭਰ ਦੋ P minus mu W L cos alpha equals to 0, ਇਹਨੂੰ ਮਲਟੀਪਲਾਈ ਕਰ ਲਓ ਸਾਰਾ, minus WL/2 sin alpha minus PC cos alpha plus P L cos alpha minus mu W L cos alpha। ਆਹ ਦੋ ਟਰਮਸ ਚੱਕ ਕੇ ਦੂਜੇ ਪਾਸੇ ਲੈ ਜਾਣੇ ਆਪਾਂ, ਤਾਂ ਆਹ ਦੋ ਟਰਮਾਂ ਚੋਂ ਕੁਝ ਕਾਮਨ ਨਿਕਲਦਾ, ਕਾਮਨ ਕੱਢ ਲੈਣੇ ਆਪਾਂ। ਇਹ ਆ ਗਿਆ P ਕਾਮਨ ਨਿਕਲੇਗਾ, ਇੱਕ cos alpha ਕਾਮਨ ਨਿਕਲੇਗਾ, ਅੰਦਰ ਬਣ ਗਿਆ L ਮਾਈਨਸ C। ਇਹ ਟਰਮ ਚੱਕ ਕੇ ਉਧਰ ਲੈ, ਉਹ ਟਰਮ ਚੱਕ ਕੇ ਫਿਰ ਕਾਮਨ ਕੱਢ ਲਓ ਜੀ, ਇੱਕ W ਕਾਮਨ ਨਿਕਲ ਗਿਆ, ਇੱਕ L ਕਾਮਨ ਨਿਕਲ ਗਿਆ, ਇਹ ਬਣ ਗਿਆ 1/2 sin alpha plus mu cos alpha। ਕੱਢਣਾ ਕੀ ਆਪਾਂ, P ਕੱਢਣਾ ਜੀ, ਤਾਂ P ਕੱਢਣ ਵਾਸਤੇ ਇਹ ਟਰਮ ਚੱਕ ਕੇ ਨੀਚੇ ਲੈ ਗਏ, ਇਹ ਆ ਗਿਆ WL/L minus C। ਆ ਤਾਂ L minus C ਤਾਂ ਚਲੋ ਬਾਹਰ ਰੱਖ ਲਿਆ, cos alpha ਆਉਣਾ ਸੀ ਨੀਚੇ, ਉਹ ਚੱਕ ਕੇ ਅੰਦਰ ਲੈ ਆਨੇ ਆਪਾਂ ਕੱਲਾ ਕੱਲਾ, ਜੋ ਅੰਦਰ ਲੈ ਕੇ ਚੱਕ ਕੇ, ਤਾਂ ਇਹ ਬਣ ਗਿਆ ਪਹਿਲਾਂ sin upon cos tan, ਇਹ cos ਕੱਟ ਗਿਆ, ਇਹ ਆ ਗਿਆ ਆਪਣੇ। ਇਹ ਲਿਮਿਟਿੰਗ ਫ੍ਰਿਕਸ਼ਨ ਆਈ ਹੈ ਆਪਣੇ ਕੋਲ। ਲਿਮਿਟਿੰਗ ਫ੍ਰਿਕਸ਼ਨ ਮਤਲਬ ਕਿ ਇਸ ਕੇਸ ਬॉडी ਬਸ ਇਧਰ ਖਿੱਚਣ ਨੂੰ ਤਿਆਰ ਆ, ਜੇ ਬਰਾਬਰ ਹੋਊਗੀ ਤਾਂ ਬॉडी ਜੋ ਹੈਗੀ ਆ ਉਹ ਖਿੱਚਣ ਨੂੰ ਤਿਆਰ ਆ। ਦੇਅਰਫੋਰ ਜੇ ਆਪਾਂ ਖਿੱਚਣੀ ਆ ਤਾਂ ਇਸ ਤੋਂ ਵੱਡੀ ਫੋਰਸ ਲਾਣੀ ਪੈਣੀ ਆ। ਦੇਅਰਫੋਰ P, ਇਹ ਪ੍ਰੂਵ ਕਰਨਾ ਸੀ ਆਪਾਂ, ਦੇਅਰਫੋਰ P must exceed W L/L minus C half tan alpha plus mu, so as to approach foot towards the wall। P ਨੂੰ ਆਪਾਂ ਐਕਸੀਡ ਕਰਨਾ ਪਊਗਾ ਇਸ ਤੋਂ, ਤਾਂ ਜੋ ਜਿਹੜਾ ਫੁੱਟ ਹੈਗਾ ਉਹ ਵਾਲ ਵੱਲ ਅਪਰੋਚ ਕਰ ਜੇ। ਇਹ ਆ ਜਾਊਗਾ। ਇਸ ਤੋਂ ਬਾਅਦ ਇੱਕ ਹੋਰ ਕੁਐਸਚਨ ਦੇਖਣਾ ਆਪਾਂ ਨੇ, ਉਹ ਕੁਐਸਚਨ ਦੇਖੋ। मैं स्टेटमेंट पढ़ना, स्टेटमेंट चेक कर लो। A uniform ladder rests with one end on a horizontal floor and other against a vertical wall। उरे वांगू ही है जी, बस ये फर्क की है। The coefficient of friction are 3/7, 1/3 respectively।
मतलब ये वर्टिकल वॉल दे विच फ्रिक्शन हैगी है। फाइंड द इंक्लिनेशन ऑफ लैडर वैन इट इज अबाउट टू स्लिप। ये स्लिप होने नूं तैयार है जी। आपां देखना उस टाइम लैडर दा बॉडी दा एंगल कितना बनेगा। तो देखो ध्यान नाल, कंसैप्ट उही है सारा जी। वेट हो गया, इधर एक्शन लैड़ी अपने आर, इधर एक्शन लैड़ी आपां एस, ते लैटर दी लेंथ आपां 2a सपोज कर ली। हुण फ्रिक्शन ग्राउंड वाले पासे भी होएगी, फ्रिक्शन इधर इधर आऊगा अपने को म्यू एस, इधर आऊगा अपने को म्यू आर। जो म्यू अलग अलग आउणगे, वैसे मैं वैसे समझाने वास्ते पाऊँ। ये वर्टिकल वॉल का कोएफिशिएंट ऑफ फ्रिक्शन की है। वर्टिकल वॉल का हॉरिजॉन्टल फ्लोर का हैगा 3/7, ये 3/7 है जी, ਇਹਦਾ हैगा 1/3, ये पता ਆਪਾਂ ਨੂੰ। चलो ਹੁਣ ਇਹ ਸਲਿੱਪ ਹੋਣ ਨੂੰ ਤਿਆਰ ਆ। ਮੋਸ਼ਨ ਕਿੱਦਾਂ ਹੋਏਗਾ ਜੇ ਸਲਿੱਪ ਹੋਣ ਨੂੰ ਤਿਆਰ ਆ ਤਾਂ ਕੀ ਹੋਊਗਾ, ਇਦਾਂ ਸਲਿੱਪ ਹੁੰਦੀ ਆ ਪੌੜੀਆਂ ਪਿੱਛੇ ਕੀਤਾ। ਸਲਿੱਪ ਹੋਣ ਨੂੰ ਤਿਆਰ मतलब कि जो निचला हिस्सा हैगा ये अगे जाएगा, उपरला नीचे आएगा। समझने वाली गल है जी। ये अगे जाएगा, फ्रिक्शन अपोज करेगी, डायरेक्शन पुट्ठी होगी। ये किधर आऊगा जी, ये नीचे आएगा, फ्रिक्शन अपोज करेगी, उपरले पासे फ्रिक्शन होगी। जिधर मोशन हो रहा दूजे पासे फ्रिक्शन होएगी जी। ये पहला कर चुके, जरा दिता है सारा। ये एंगल फाइंड करना, एंगल आप अल्फा सपोज कर लीजिए, ये फाइंड करना ਜਿਹੜਾ ਮਰਜੀ फाइंड कर लो, चाहे आ फाइंड कर लो, हॉरिजॉन्टल फाइंड कर लो, चाहे वर्टिकल, ਜਿਹੜਾ ਮਰਜੀ एंगल फाइंड कर लो। ਹੁਣ ਸਾਰਾ ਪੁਰਾਣਾ ਕੰਮ ਆ ਜੀ। इक्वेशनस ਬਣਾਵਾਂਗੇ, इक्वेशनस बना सकते हैं बिकॉज स्लिप होने तैयार है जी, तो बना सकते हैं। इधर की आऊगा एस, इधरले पासे 3/7 आर, उपर नूं हैगा आर प्लस 1/3s, नीचे नूं हैगा W। आ बन गया जी। इथों एस की वैल्यू भर दो ये, W भी निकल गया अपने को, एस तो है इन टर्म्स ऑफ आर। सो देखो हुण आपां मूवमेंट कढदे हां, मूवमेंट अबाउट ए कढ लो। मूवमेंट अबाउट ए कढिया, आ दोने फोर्सां विचों निकल रही ने, आर इंटू 0, 3/7 आर इंटू 0। आ वेट देख लो, आपां लभना इच बेस एंगल यही है। हाईपोटेन्यूज पता आपां नूं ए, तो कॉस वाला पार्ट आऊगा W, ए कॉस अल्फा, डायरेक्शन हो गई जी क्लॉकवाइज। ये हो गया। हुण आ देखो इत्थों परपेंडिकुलर मारांगे फोर्स उपर, आ परपेंडिकुलर। हाईपोटेन्यूज पता, बेस लभना च भी, ये आऊगा 1/3s इंटू 2a कॉस अल्फा। डायरेक्शन की हो गई जी एंटी क्लॉकवाइज पॉजिटिव। एस देख लो, जे एंगल अल्फा तो भी अल्फा होगा। परपेंडिकुलर ड्रॉ किया, एंगल सामने हो गया, परपेंडिकुलर बन गया। हाईपोटेन्यूज पता है साइन वाला पार्ट होगा जी, एस 2a साइन अल्फा, ये भी एंटी क्लॉकवाइज होगा पॉजिटिव। सो आ बन गया सारा जी। हम सॉल्व कर लेने। एस की वैल्यू भर लो तो W की वैल्यू भर लो। W हैगा अपने को 8/7 आर ए कॉस अल्फा। इनू चक के उधर लै गए जी, चाहे इनू चक के उधर लैके पॉजिटिव हो गया, आ भी पॉजिटिव आऊगा जी। 1/3 3/7 आर 2a कॉस अल्फा। ये आपां ने एस की वैल्यू भरी है जी, इत्थे भी एस की वैल्यू भर दो। 3/7 आर 2a साइन अल्फा, ये भी एस की वैल्यू भरी है। बाकी सॉल्व कर लो। सॉल्व मतलब ये 8/7 आर ए कॉस अल्फा जी, ये कॉमन कर लो जी। एक तो
2ar/7 ਇਹ कॉमन निकल जाएगा। ये चो कटिया बच गया cos अल्फा तो ये बच गया 3 sin अल्फा। आर कट गया जी, 7 कट गया जी, ए कट गया तो 2 का 4 आ गया। ये बन गया 4 cos अल्फा, चक के इधर ले आओ जी, ये बन गया 3 cos अल्फा इज इक्वल टू 3 sin अल्फा। तो इत्थों आ गया tan अल्फा इक्वल्स टू 1, इत्थों आ गया अल्फा इज इक्वल्स टू 45 डिग्री। जिहड़ा अल्फा एंगल हैगा अपने को 45 डिग्री होगा। सो देखो जी एक छोटा क्वेश्चन होर वो भी देखना जी अपन। ये है जी अपने को शो दैट अ लैडर cannot rest against a vertical wall if ground is smooth even though the wall may be rough. Show that ladder cannot rest against a vertical wall if the ground is smooth even though the wall may be rough. मतलब की बनया जे ग्राउंड समूथ आ अपने को ये फ्रिक्शन नहीं हैगी समाउथ ग्राउंड ये पौड़ी कदे भी रेस्ट नहीं खड़ सकती, गिर जानी स्लिप कर जानी पौड़ी। जे अपने कोल तो ये भी लैडर ले ली अपन। ग्राउंड अपने को जो है ये समूथ है, समूथ मतलब फ्रिक्शन नहीं है ग्राउंड विच, तां ये पौड़ी हमेशा स्लिप करेगी चाहे तुसी वॉल नूं रफ कर लो, चाहे इन्हों रफ कर लो, चाहे जो फ्रिक्शन ले आओ, ये फ्रिक्शन करके भी ये जी पौड़ी हैगी आ रुकेगी नहीं, स्लिप कर जाएगी। मतलब ग्राउंड जी अपने कोल समूथ है जो फ्रिक्शन नहीं हैगी, चाहे वॉल दे विच फ्रिक्शन होवे भी, जिन्नी मर्जी फ्रिक्शन होवे, ये वॉल ने ये पौड़ी नूं स्लिप करन तो नहीं रोक सकती हैगी। ये पौड़ी जो है स्लिप करके नीचे गिर जाएगी। ये शो करना छोटा क्वेश्चन देखो जी, छोटा क्वेश्चन है। ये अपने को आर हो गया, ओमी एस हो गया जी, ए एंगल अल्फा ले लिया, ए लेंथ 2a मान ली। चलो देखो किवें इहदा वेट हुण इधर का कोई फ्रिक्शन है नहीं, कुछ नहीं आएगा, इधर फ्रिक्शन होगी, मान लो फ्रिक्शन हैगी है। कोएफिशिएंट ऑफ फ्रिक्शन की मान लिया आपां म्यू, इहदा मोशन किधरे पासे होगा, ये पौड़ी नीचे गिरनों तैयार कर रहे हैं आपां, नीचे गिरेगी तो जिवें पहला मांगो मोशन नीचे ਨੂੰ होगा, फ्रिक्शन जो है ये ऑपोजिट होएगी, फ्रिक्शन जो है ये ऑपोजिट बनेगी जी। चलो इत्थों हुण इक्वेशनस बनाने, देखो किवें बनूगी। पहली इक्वेशन की बनेगी इहदे विच आर प्लस म्यू एस इक्वल्स टू डब्ल्यू, एंड दूजी इक्वेशन की बनेगी एस, इधर तो एस आ, कोई होर फोर्स है इधरले पासे, हॉरिजॉन्टल फोर्स इक्को ही है कल्ली एस, कोई बैलेंस नहीं करेगी ना, तो इधर पासे फोर्स कोई नहीं हैगी, जे कोई नहीं हैगी तो आप की कहांगे जीरो, है ही नहीं फोर्स, तो एस कितना आ गया इस केस जीरो। यही अपना इत्थों ही आपां इहदा आंसर जो है वो कंक्लूड करांगे। ये एस जीरो आंदा मतलब की है, हुण ये वो बच्चे नूं समझ लगूगा कि इहदा आंसर किवें आ, जिन्होंने पता होगा कि एस हुंदा की है ते एस कित्थों आया, एस की है नॉर्मल रिएक्शन, नॉर्मल रिएक्शन कित्थों आई है, जदों यह पौड़ी ने ये पर भार पाया, आ वॉल के उपर इत्थे वॉल ते इदां भार पाया, जोर पै रहा, एक्शन हो रहा, जे एक्शन हो रहा है तां ही रिएक्शन बनी, रिएक्शन कितनी है जीरो, ये शो किया पर रिएक्शन जीरो आ रही है। रिएक्शन जीरो कदों होगी, जो एक्शन जीरो होगा। हुण तुसीं डायग्राम बनाओ कि पौड़ी दा दीवार ते कोई एक्शन ना होवे, कोई जोर ना पवे, डायग्राम किद्दां बनेगी, क्यों कोई एक्शन क्यों नहीं करना, बिकॉज रिएक्शन आप जीरो शो की है, रिएक्शन जीरो तां आई है बिकॉज एक्शन जीरो होगा। हुण पौड़ी आपां किद्दां बनाईए कि यह पौड़ी दा दीवार ते कोई भार ना आवे, मैं बना के दिखाना डायग्राम। ये पौड़ी इदां बनेगी जी लैडर,
मैं इदां मोटी बना रहा पौड़ी, ये पौड़ी इदां बनेगी। देखो मतलब ऐ करो कि पौड़ी नीचे गिरी पई है, नीचे गिरी हुई डायग्राम बनेगी। गिरी हुई डायग्राम किद्दां बनेगी, क्यों बनेगी? हुण सारा भार पौड़ी का ग्राउंड ते आ रहा, ये वर्टिकल वॉल ते कोई भार नहीं पऊगा। पौड़ी नीचे गिरी पई है सारी, ये पौड़ी नीचे गिरी हुई है। S0 का मतलब की हैगा कि आपां ने भार जो है पौड़ी का ओह दीवार ते नहीं पाना। ये तां ही पॉसीबल है जे पौड़ी नीचे पई होगी। मतलब जे S0 आ गया इस केस दे विच तां पौड़ी पक्का इदां खड़ूगी, नीचे गिर जानी है। मतलब पौड़ी इदां होएगी कि रिएक्शन जीरो होगा। मतलब कि जिस तरह मर्जी कर लो, चाहे फ्रिक्शन भी होवे इहदे विच, तां पौड़ी गिर के नीचे आ जाएगी। देयरफॉर ये लिखांगे आपां, देयरफॉर मतलब की बन गया रिएक्शन जीरो होगी, रिएक्शन ऑफ वॉल ऑन लैडर ये जीरो हो गया। ये जिन्ना वॉल लैडर उपर रिएक्शन कर रही है वो, जे रिएक्शन जीरो हो गया, देयरफॉर लैडर विल नॉट इन रेस्ट। लैडर जो हैगी और रेस्ट विच नहीं होगी। अगेंस्ट बाकी जिवें दिता है स्टेटमेंट, अगेंस्ट वर्टिकल वॉल जो लैडर है वो रेस्ट विच नहीं खड़ सकती, क्योंकि पौड़ी हमेशा नीचे गिर जानी, क्योंकि रिएक्शन जीरो आ रही है इस केस। चलो क्वेश्चन सीगे जी, बाकी काम आप नैक्सट लैक्चर विच करांगे जी। एक लैक्चर हो लाना फिर अपना चैप्टर कंप्लीट हो जाएगा जी। इस तो बाद आप एक लास्ट चैप्टर है सेंटर ऑफ ग्रैविटी, फिर वो शुरू करांगे जी। थैंक यू।